सत श्री अकाल जी सारिਆਂ ਨੂੰ मैं सुखविंदर ते ਤੁਹਾਡਾ ਮੇਰੇ इस चैनल ते स्वागत है। दोस्तों ਅੱਜ ਦਾ ਇਹ ਵੀਡੀਓ ਕੈਨੇਡਾ ਲਈ ਹੈ स्पैशली ਉਹਨਾਂ ਲਈ ਜਿਨ੍ਹਾਂ ਨੇ ਆਪਣਾ ਫਰੈਸ਼ ਕੇਸ ਅਪਲਾਈ ਕਰਨਾ ਹੈ, ਜੋ ਬੱਚੇ ਆਇਲਸ ਕਰ ਰਹੇ ਨੇ ਜਾਂ ਫਿਰ ਉਹ ਸਟੂਡੈਂਟ ਜੋ ਕਿ ਆਪਣਾ ਕੇਸ ਇੱਕ ਜਾਂ ਦੋ ਵਾਰ ਰਿਫਿਊਜ਼ ਕਰਵਾ ਚੁੱਕੇ ਨੇ ਤੇ ਤੀਜੀ ਵਾਰ ਫੇਰ ਆਪਣਾ ਕੇਸ ਨਵਾਂ ਲਾਉਣ ਦੀ ਤਿਆਰੀ ਕਰ ਰਹੇ ਨੇ। ਉਹ ਸਾਰੇ ਸਟੂਡੈਂਟ ਜਿਨ੍ਹਾਂ ਨੇ ਇੱਕ ਚ 5.5 ਤੇ ਆਪਣੀ ਫਾਈਲ ਲਾਈ ਸੀ ਤੇ ਉਹਨਾਂ ਦੀ ਰਿਫਿਊਜ਼ਲ ਆ ਗਈ, ਜਾਂ ਫਿਰ ਜਿਨ੍ਹਾਂ ਦੇ ਇੱਕ ਦੇ ਵਿੱਚ 5.5 ਨੇ 6 ਓਵਰਆਲ ਬੈਂਡ, ਇੱਕ ਮੋਡਿਊਲ ਚੋਂ 5.5 ਬੈਂਡ ਨੇ, ਉਹਨਾਂ ਨੂੰ ਅੱਗੇ ਕੀ ਕਰਨਾ ਚਾਹੀਦਾ ਹੈ। ਇਸ ਵੀਡੀਓ ਦੇ ਵਿੱਚ ਮੈਂ ਕੁਝ ਐਦਾਂ ਦੀਆਂ ਗੱਲਾਂ ਦੱਸੂਗਾ, ਕੁਝ ਐਦਾਂ ਦੇ ਤੁਹਾਨੂੰ ਪੁਆਇੰਟ ਦੱਸੂਗਾ ਕਿ ਜੇ ਤੁਸੀਂ ਉਹ ਪੁਆਇੰਟ ਆਪਣੀ ਪ੍ਰੋਫਾਈਲ ਦੇ ਵਿੱਚ ਥੋੜੇ ਜਿਹਾ ਗੌਰ ਕਰ ਲਏ, ਉਹਨਾਂ ਦਾ ਥੋੜਾ ਜਿਹਾ ਧਿਆਨ ਦੇ ਲਿਆ, ਤਾਂ ਹੋ ਸਕਦਾ ਹੈ ਤੁਹਾਡੀ ਰਿਫਿਊਜ਼ਲ ਜਾਂ ਤੁਹਾਡਾ ਕੇਸ ਆ ਜਿਹੜਾ ਫਸਟ ਟਾਈਮ ਹੀ ਉਹਨੂੰ ਵੀਜ਼ਾ ਮਿਲ ਜਾਵੇ। ਜੇ ਤੁਹਾਡੀ ਰਿਫਿਊਜ਼ਲ ਹੈ ਉਹ ਵੀਜ਼ਾ 'ਚ ਕਨਵਰਟ ਹੋ ਜੂਗੀ। ਬਟ ਇਹ ਜਿਹੜੇ ਪੁਆਇੰਟ ਨੇ ਬਹੁਤ ਹੀ ਟੈਕਨੀਕਲ ਪੁਆਇੰਟ ਨੇ, ਤੁਹਾਨੂੰ ਸਾਰੇ ਹੀ ਬੰਦੇ ਦੱਸਦੇ ਨੇ, ਹਰ ਇੱਕ ਏਜੰਟ ਤੁਹਾਨੂੰ ਇਹ ਗਾਈਡ ਕਰਦਾ, ਹਰ ਇੱਕ ਬੰਦਾ ਤੁਹਾਨੂੰ ਦੱਸਦਾ ਹੈ। ਬਟ ਇਹ ਪੁਆਇੰਟਾਂ ਦੇ ਵਿਚਲੀ ਗੱਲ ਕੀ ਹੈ, ਇਹ ਪੁਆਇੰਟਸ ਤੁਸੀਂ ਕਿੱਦਾਂ ਧਿਆਨ 'ਚ ਦੇ ਸਕਦੇ ਹੋ ਤੇ ਤੁਹਾਡੀ ਪ੍ਰੋਫਾਈਲ 'ਚ ਇਹਨਾਂ ਪੁਆਇੰਟਾਂ ਤੇ ਕੰਮ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ, ਇਹ ਤੁਹਾਨੂੰ ਕਿੱਦਾਂ ਪਤਾ ਚੱਲੂਗਾ। ਇਹ ਸਾਰੀ ਗੱਲ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ। ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਜੇ ਤੁਹਾਨੂੰ ਕੰਟੈਂਟ ਵਧੀਆ ਲੱਗਿਆ ਤਾਂ ਤੁਸੀਂ ਇਹਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ। ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਅੱਗੇ ਤੋਂ ਜਦੋਂ ਵੀ ਮੈਂ ਕੋਈ ਵੀ ਇਦਾਂ ਦੀ ਵੀਡੀਓ ਪਾਵਾਂ ਜੋ ਕਿ ਤੁਹਾਡੇ ਲਈ ਜ਼ਰੂਰੀ ਹੋਵੇ, ਤੁਹਾਡੇ ਕੋਲ ਐਜ਼ ਅ ਨੋਟੀਫਿਕੇਸ਼ਨ ਉਹ ਵੀਡੀਓ ਪਹੁੰਚ ਸਕੇ। ਸੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇੱਕ ਪੁਆਇੰਟ ਜ਼ਰੂਰੀ ਹੈ ਐਸਓਪੀ ਤੁਹਾਨੂੰ ਸਾਰੇ ਦੱਸਦੇ ਨੇ, ਸਟੇਟਮੈਂਟ ਆਫ ਪਰਪਸ। ਤੁਹਾਨੂੰ ਸਾਰੇ ਕਹਿੰਦੇ ਨੇ ਜੀ ਐਸਓਪੀ ਬਣਾਓ, ਐਸਓਪੀ 'ਚ ਤੁਸੀਂ ਆਪਣਾ ਪ੍ਰੀਵੀਅਸ ਬੈਕਗ੍ਰਾਉਂਡ ਦੱਸੋ, ਐਜੂਕੇਸ਼ਨਲ ਬੈਕਗ੍ਰਾਉਂਡ ਦੱਸੋ, ਤੁਸੀਂ ਕੀ ਕੀਤਾ ਹੈ, ਆਪਣੇ ਫਾਈਨੈਂਸ਼ੀਅਲਸ ਦੱਸੋ, ਤੁਸੀਂ ਫੀਸ ਭਰਾਤੀ ਸਾਲ ਦੀ, ਤੁਹਾਡੇ ਜੇ ਤੁਸੀਂ ਕੈਨੇਡਾ ਚਲੇ ਗਏ ਉੱਥੇ ਪੜ੍ਹਨ ਤੋਂ ਬਾਅਦ ਤੁਸੀਂ ਕੀ ਕਰੋਗੇ, ਤੁਸੀਂ ਵਾਪਸ ਆਓਗੇ ਨਹੀਂ ਆਓਗੇ, ਆਪਣੀਆਂ ਹੌਬੀਜ਼ ਦੱਸੋ। ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ। ਬਟ ਐਸਓਪੀ 'ਚ ਇੱਕ ਚੀਜ਼ ਸਭ ਤੋਂ ਵੱਧ ਜ਼ਰੂਰੀ ਹੈ ਜੋ ਕਿ ਮਿਸਿੰਗ ਨਹੀਂ ਹੋਣੀ ਚਾਹੀਦੀ, ਉਹ ਹੈਗੀ ਹੈ ਪ੍ਰੋਗਰੈਸ਼ਨ ਆਫ ਸਟੱਡੀਜ਼। ਤੁਸੀਂ ਆਪਣਾ ਬੈਕਗ੍ਰਾਉਂਡ ਦੱਸਤਾ ਕਿ ਮੈਂ ਜੀ +2 ਕੀਤੀ ਹੋਈ ਹੈ, ਮੈਂ ਨਾਨ ਮੈਡੀਕਲ 'ਚ ਕੀਤੀ ਹੈ, ਮੇਰੇ ਕੋਲ ਫਿਜ਼ਿਕਸ ਕੈਮਿਸਟਰੀ ਮੈਥ ਸੀ, ਮੇਰੇ ਕੈਮਿਸਟਰੀ 'ਚੋਂ ਨੰਬਰ ਵੱਧ ਨੇ ਤਾਂ ਕਰਕੇ ਅਗਲਾ ਜਿਹੜਾ ਮੈਂ ਕੋਰਸ ਚੁਣਿਆ ਉਹ ਮੈਂ ਕੈਮਿਸਟਰੀ ਦੇ ਬੇਸ ਤੇ ਹੀ ਚੁਣਿਆ। ਜਾਂ ਫਿਰ ਮੈਂ ਪਹਿਲਾਂ ਬੀਟੈਕ ਕੀਤੀ ਹੋਈ ਹੈ, ਬੀਟੈਕ ਦੇ ਵਿੱਚ ਮੈਂ ਬੀਟੈਕ ਨਾਨ ਮੈਡੀਕਲ ਕੀਤੀ ਸੀ, ਉਹਦੇ ਵਿੱਚ ਮੇਰੇ ਕੋਲ ਜਿਹੜੇ ਸਬਜੈਕਟ ਸੀਗੇ ਫਿਜ਼ਿਕਸ ਕੈਮਿਸਟਰੀ ਮੈਥ, ਮੈਂ ਅੱਗੇ ਜਿਹੜਾ ਹੈਗਾ ਹੁਣ ਆਪਣਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਸ ਬੇਸ ਤੇ ਚੁਣਿਆ। ਇਹ ਸਾਰੀਆਂ ਚੀਜ਼ਾਂ ਹੋ ਗਈਆਂ। ਬਟ ਇੱਕ ਚੀਜ਼ ਤੁਹਾਡੀ ਹਮੇਸ਼ਾ ਮਿਸਿੰਗ ਹੁੰਦੀ ਹੈ। ਜਦੋਂ ਵੀ ਰਿਫਿਊਜ਼ਲ ਵਾਲੇ ਬੱਚੇ ਮੇਰੇ ਕੋਲ ਆਫਿਸ 'ਚ ਆਉਂਦੇ ਨੇ ਜਾਂ ਮੇਰੇ ਨਾਲ ਆਪਣੀ ਪ੍ਰੋਫਾਈਲ ਡਿਸਕਸ ਕਰਦੇ ਨੇ ਤਾਂ ਮੈਂ ਉਹਨਾਂ ਨੂੰ ਇੱਕੋ ਹੀ ਚੀਜ਼ ਕਹਿਣਾ ਹੈ, ਇੱਕ ਵਾਰ ਆਪਣੀ ਐਸਓਪੀ ਤੇ ਜ਼ਰੂਰ ਧਿਆਨ ਦਿਓ। ਇਹ ਨਾ ਹੋਵੇ ਕਿ ਐਸਓਪੀ 'ਚ ਤੁਹਾਡੀ ਪ੍ਰੋਗਰੈਸ਼ਨ ਆਫ ਸਟੱਡੀ ਹੈ ਜਿਹੜੀ ਉਹ ਮਿਸਿੰਗ ਹੋਵੇ। ਤੁਹਾਡੀ ਐਸਓਪੀ 'ਚ ਦਿਖਣਾ ਚਾਹੀਦਾ ਹੈ ਕਿ ਤੁਸੀਂ ਪਹਿਲਾਂ ਕੀ ਸਟੱਡੀ ਕੀਤੀ ਤੇ ਉਸ ਤੋਂ ਬਾਅਦ ਹੁਣ ਅੱਗੇ ਜਿਹੜੀ ਵੀ ਸਟੱਡੀ ਤੁਸੀਂ ਲੈ ਰਹੇ ਹੋ, ਜਿਹੜਾ ਵੀ ਕੋਰਸ ਤੁਸੀਂ ਉੱਥੇ ਪੜ੍ਹਨ ਜਾ ਰਹੇ ਹੋ, ਉਹਦਾ ਜਿਹੜਾ ਲੈਵਲ ਹੈ ਸੇਮ नहीं होना चाहिए। ਉਹਦਾ ਜਿਹੜਾ ਕੋਰਸ ਆਫ ਕੰਟੈਂਟ ਹੈ ਉਹ ਬਿਲਕੁਲ ਵੀ ਸੇਮ ਨਹੀਂ ਹੋਣਾ ਚਾਹੀਦਾ। 30% ਸੇਮ ਹੈ, 40% ਸੇਮ ਹੈ, ਬਟ ਉਹਦੇ ਵਿੱਚ ਕਿਤੇ ਨਾ ਕਿਤੇ ਪ੍ਰੋਗਰੈਸ਼ਨ ਹੋਣੀ ਚਾਹੀਦੀ ਹੈ। ਕਿਤੇ ਨਾ ਕਿਤੇ ਤੁਸੀਂ ਇਸ ਲੈਵਲ ਤੋਂ ਇਸ ਲੈਵਲ ਤੱਕ ਉਹ ਕੋਰਸ ਕਰਨ ਤੋਂ ਬਾਅਦ ਪਹੁੰਚਣੇ ਚਾਹੀਦੇ ਹੋ। ਜੇ ਵੀਜ਼ਾ ਆਫੀਸਰ ਨੂੰ ਜਾਂ ਫਿਰ ਹਾਈ ਕਮਿਸ਼ਨ ਨੂੰ ਜੇ ਆਹ ਚੀਜ਼ ਦਿਖਦੀ ਹੈ, ਤੁਹਾਡੀ ਪ੍ਰੋਗਰੈਸ਼ਨ ਦਿਖਦੀ ਹੈ, ਤਾਂ ਤੁਹਾਨੂੰ ਵੀਜ਼ਾ ਜ਼ਰੂਰ ਮਿਲ ਜਾਊਗਾ। ਉਸ ਤੋਂ ਬਾਅਦ ਦੂਜੀ ਜਿਹੜੀ ਵੱਡੀ ਗੱਲ ਹੈ ਉਹ ਆ ਗਈ ਕਾਲਜ ਤੇ ਕੋਰਸ। ਆਪਾਂ ਆਪਣੀ ਪ੍ਰੀਵੀਅਸ ਸਟੱਡੀ ਦੇ ਅਕੋਰਡਿੰਗ ਹੀ ਕੋਰਸ ਲਓ। ਐਦਾਂ ਨਾ ਹੋਵੇ ਕਿ ਪਹਿਲਾਂ ਸਟੱਡੀ ਤੁਹਾਡੀ ਕੁਝ ਹੋਰ ਹੈ ਤੇ ਅੱਗੇ ਜਿਹੜਾ ਕੋਰਸ ਹੈ ਉਹ ਤੁਸੀਂ ਕੋਈ ਹੋਰ ਹੀ ਚੂਜ਼ ਕਰ ਲਿਆ। ਤੁਹਾਡਾ ਕੋਈ ਵੀ ਤੁੱਕ ਨਹੀਂ ਬਣਦੀ। ਮੈਂ ਬਿਲਕੁਲ ਪੰਜਾਬੀ 'ਚ ਬੋਲੂੰਗਾ, ਬਿਲਕੁਲ ਸੱਚੀਆਂ ਗੱਲਾਂ ਕਰਦਾ ਮੈਂ ਇੱਥੇ, ਕਿ ਤੁਹਾਡੀ ਕੋਈ ਵੀ ਤੁੱਕ ਨਹੀਂ ਬਣਦੀ ਕਿ ਤੁਸੀਂ ਜੀ ਮੈਡੀਕਲ ਕੀਤਾ ਹੋਇਆ ਬਟ ਕੋਰਸ ਤੁਸੀਂ ਲੈ ਲਿਆ ਅਰਲੀ ਚਾਈਲਡਹੁੱਡ ਦਾ, ਤੁਸੀਂ ਮੈਡੀਕਲ ਕੀਤਾ ਹੋਇਆ ਬਟ ਕੋਰਸ ਤੁਸੀਂ ਲੈ ਲਿਆ ਇੰਟੀਰੀਅਰ ਡਿਜ਼ਾਈਨਿੰਗ ਦਾ। ਐਦਾਂ ਦੀ ਚੀਜ਼ਾਂ ਤੁਸੀਂ ਨਹੀਂ ਕਰਨੀਆਂ। ਤੁਸੀਂ ਇੰਨੇ ਕੁ ਸਮਝਦਾਰ ਤਾਂ ਹੈਗੇ ਹੋ ਕਿ ਆਪਣੀ ਪ੍ਰੋਫਾਈਲ ਦੇ ਹਿਸਾਬ ਨਾਲ ਆਪਣਾ ਕੋਰਸ ਚੂਜ਼ ਕਰ ਸਕੋ। ਇੱਕ ਗੱਲ ਮੈਂ ਹੋਰ ਇੱਥੇ ਕਹਿ ਦਵਾਂ ਕਿ ਆਪਣੇ ਰਿਸ਼ਤੇਦਾਰਾਂ ਦੀਆਂ, ਦੋਸਤਾਂ ਦੀਆਂ, ਉਹ ਤੁਹਾਨੂੰ ਜਿੰਨੀਆਂ ਵੀ ਸਲਾਹਾਂ ਦਿੰਦੇ ਆ ਸੁਣ ਲਓ, ਪਰ ਤੁਹਾਡੇ ਬਾਰੇ ਤੁਹਾਨੂੰ ਵੱਧ ਪਤਾ ਹੈ। ਈਵਨ ਤੁਹਾਡੇ ਏਜੰਟ ਤੋਂ ਵੀ ਵੱਧ ਪਤਾ ਜੋ ਤੁਹਾਡੀ ਫਾਈਲ ਲਗਾ ਰਿਹਾ ਹੈ। ਆਪਣੇ ਦੋਸਤਾਂ ਦੀ ਜ਼ਰੂਰ ਸੁਣੋ, ਬਟ ਇੱਕ ਗੱਲ ਧਿਆਨ ਦੇ ਲਓ, ਜਦੋਂ ਉਹਨਾਂ ਦਾ ਵੀਜ਼ਾ ਲੱਗਿਆ, ਜੇ ਕੋਈ ਵੀ ਤੁਹਾਡਾ ਦੋਸਤ ਕੈਨੇਡਾ 'ਚ ਤੁਹਾਨੂੰ ਗਾਈਡ ਕਰ ਰਿਹਾ ਹੈ ਕੁਝ ਵੀ ਆ, ਚੰਗੀ ਗੱਲ ਹੈ, ਹੈਲਪ ਲੈਣੀ ਚਾਹੀਦੀ ਹੈ, ਹੈਲਪ ਕਰਨੀ ਚਾਹੀਦੀ ਹੈ। ਜੇ ਤੁਸੀਂ ਚਲੇ ਗਏ ਤਾਂ ਤੁਸੀਂ ਵੀ ਕਿਸੇ ਨਾ ਕਿਸੇ ਨੂੰ ਸਲਾਹ ਜ਼ਰੂਰ ਦਵੋਗੇ। ਬਟ
बट जदों ओ गया उदों सिनेरियो कुछ होर सी, उदों 2 च 5.5 3 च 5.5 ते भी वीजे लगदे सी, बट अज दी गल कुछ होर है। उस टाइम हो सकदा उस टाइम कैटेगरी होर होवे, एसडीएस ते नॉन एसडीएस तो उस टाइम इंट्रोड्यूस भी नहीं होईयां सी। सो हुण तुसीं एसडीएस कैटेगरी च वीज़ा ला रहे हो, तुहाडी फाइल अज दे सिनेरियो दे हिसाब नाल लगनी चाहिदी है, तुहाडी फाइल चों सारे पॉइंट होने चाहिए ने जो कि अज वीज़ा ऑफिसर तुहाडी फाइल च देखना चाहता है। दोस्तों उस तो बाद है कि तुसीं अपनी 1 साल की फीस जरूर भरो। एजेंट्स दे सस्ते लालच दे विच ना आओ कि बहुत घट खर्चे ते जाओ, 3 लाख च जाओ, 5 लाख ते जाओ। चंडीगढ़ जलंधर यह जी जगह ते एडे एडे एजेंट बैठे ने जो कि तुहानूं 3-3 लाख रुपए च कह रहे हैं कि 3 लाख दो जी, जाओ अपनी $6000 फीस भरो ते जाओ। जे तुहाडे 6 बैंड ने, तुसीं अपनी जिहड़ी स्टडी है पिछले 2 तो लैके 5 सालां दे गैप दे विच कंप्लीट कीती है, चाहे तुहाडा स्टडी गैप 2 साल है या 3 साल है या 5 साल है, तुसीं 6 बैंड ईच लिते हुए ने IELTS दे विचों, तुहाडे 60% तो ज़्यादा ने, तां तुसीं फीस अपने कॉलेज दी फुल भराओ। प्राइवेट कॉलेज दे चक्कर दे विच आके रिफ्यूजल लगवा के बह जाओगे ते उस तो बाद तुहाडी प्रोफाइल खराब हो जूगी, तुहानूं दोबारा वीज़ा लेना बड़ा मुश्किल हो जाना है, क्योंकि जिहड़ी तुसीं SOP बनाई होनी है ना उहदे विच तुसीं बड़े वड्डे वड्डे अक्षरां च लिखिया हुंदा है कि वाई चूज दिस कॉलेज, वाई चूज दिस कोर्स। वो सारी चीज़ां तुहाडा ऑलरेडी डिटेल तुहाडी कनेडियन हाई कमीशन विच जा चुकी हुंदी है, ऑलरेडी वीज़ा ऑफिसर कोल चीज़ां पहुंचियां गईयां हुंदियां ने पहलां ही, ते उहनूं फिर बाद च बदलना बहुत औखा है, क्योंकि वो भी जिहड़ा स्टेटमेंट परपस है वो तुहाडा ही हुंदा है। सो ये गल दा बड़ा ध्यान रखना है। जे तुहाडी प्रोफाइल बिल्कुल अच्छी प्रोफाइल है, वधिया प्रोफाइल है, बजट करके अपनी प्रोफाइल नहीं खराब करनी, रुक जाओ 6 महीने, फंड्स अरेंज कर लो, किसी तो लैणे ने, लोन कराना है या कोई होर प्रोसैस करवाना है वो तुसीं करवा लो। उस तो बाद ही जदों तुहाडे कोल सफिशिएंट फंड्स ने उस तो बाद ही अपनी फाइल लाओ, वधिया कॉलेज दे विच लाओ। प्रोविंस भी तुसीं वधिया देख के चूज करना है जिथे तुहाडे कोर्स किते दी वैल्यू है, जिथे जिहड़ा कोर्स तुसीं करन जा रहे हो उस तो बाद जिहड़ी तुहानूं जॉब मिलूगी ਉਹ ऑक्यूपेशन इन डिमांड है, जिथे कि तुहानूं PR जल्दी मिलूगी। ऐदां दे प्रोविंस चूज करो। ਇਹ नहीं होवे कि तुहाडा दोस्त हो कहे जी मैं टोरंटो दे विच है या मैं फिर ब्रैम्पटन दे विच है, तुसीं इत्थे ही आ जाओ, आही कॉलेज लै लो। ਇਹ ना होवे कि वो कॉलेज लैण दे चक्कर दे विच तुसीं अपनी रिफ्यूजल लवा लो। एक गल मैं तुहानूं बिल्कुल क्लीयरली दसदा, जे तुहाडी रिफ्यूजल आ गई ਤਾਂ ਜਿਹੜਾ ਦੋਸਤ ਤੁਹਾਨੂੰ ਉੱਥੇ ਬੁਲਾ ਰਿਹਾ ਸੀ ਆਪਾਂ ਇਕੱਠੇ ਰਵਾਂਗੇ, ਤੇਰਾ ਖਰਚਾ ਮੈਂ ਉਹ ਕਰ ਦੂੰਗਾ, ਤੈਨੂੰ ਮੈਂ ਸਪੋਰਟ ਕਰ ਦੂੰਗਾ, ਜੇ ਤੁਹਾਡੀ ਰਿਫਿਊਜ਼ਲ ਆ ਗਈ ਤੇ ਬਾਈ ਚਾਂਸ ਤੁਸੀਂ ਇੰਡੀਆ ਦੇ ਵਿੱਚ ਹੀ ਰਹਿ ਗਏ, ਤੁਹਾਨੂੰ ਇੰਡੀਆ 'ਚ ਹੀ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕਰਨੀ ਪੈ ਗਈ, ਤਾਂ ਤੁਹਾਡੇ ਦੋਸਤ ਨੇ ਕੈਨੇਡਾ ਛੱਡ ਕੇ ਤੁਹਾਡੇ ਕੋਲ ਰਹਿਣ ਨਹੀਂ ਆਣਾ। ਸੋ ਤੁਸੀਂ ਉਹਦੇ ਕੋਲ ਜਾਣ ਦੀ, ਉਹਦੇ ਕੋਲ ਵੀ ਤੁਸੀਂ ਤਾਂ ਹੀ ਜਾ ਸਕਦੇ ਹੋ ਜੇ ਤੁਹਾਡਾ ਵੀਜ਼ਾ ਲੱਗੂਗਾ। ਸਾਲ ਬਾਅਦ, 2 ਸਾਲ ਬਾਅਦ, 3 ਸਾਲ ਬਾਅਦ ਇਕੱਠੇ ਹੋ ਸਕਦੇ ਹੋ, ਬਟ ਇਹ ਨਹੀਂ ਹੈਗਾ ਕਿ ਤੁਸੀਂ ਉਹਦੇ ਕਾਲਜ ਦੇ ਨਾਲ ਦਾ ਕਾਲਜ ਚੂਜ਼ ਕਰ ਲਓ ਤੇ ਰਿਫਿਊਜ਼ਲ ਲਵਾ के बैठ जाओ। ये चीज़ बहुत जरूरी है, चीज़ां समझनियां बहुत जरूरी ने। तुहाडे रिश्तेदार भी तुहानूं गाइड करदे कि असीं इत्थे ब्रैम्पटन 'च बैठे हैं जी, आह कॉलेजां 'चों जिहड़ा मर्जी कॉलेज लै लो, चूज कर लो, तू जदों साडे कोल आएगा तैनूं रहना खाना फ्री जी, तैनूं आण जाण दा खर्चा फ्री। ਉਹ ਚੀਜ਼ਾਂ ਵੀ ਦੇਖੋ, ਉਹ ਬੈਨੀਫਿਟ ਤੁਸੀਂ ਤਾਂ ਹੀ ਲੈ ਸਕਦੇ ਹੋ ਜੇ ਤੁਹਾਡਾ ਵੀਜ਼ਾ ਲੱਗੂਗਾ। ਜੇ ਤੁਹਾਡੀ ਪ੍ਰੋਫਾਈਲ ਐਲੀਜੀਬਲ ਹੈ ਕਿ ਤੁਹਾਡਾ ਵੀਜ਼ਾ ਜਿਹੜਾ ਅਲਬਰਟਾ 'ਚ ਨਿਕਲੂਗਾ, ਤੁਹਾਡੇ ਜਿਹੜਾ ਕੋਰਸ ਕੀਤਾ ਹੈ ਆਕੂਪੇਸ਼ਨ ਇਨ ਡਿਮਾਂਡ ਅਲਬਰਟਾ 'ਚ ਹੈ ਜਾਂ ਸਸਕੈਚੂਅਨ 'ਚ ਹੈ ਜਾਂ ਪ੍ਰਿੰਸ ਐਡਵਰਡ ਦੇ ਵਿੱਚ ਹੈ, ਕਿਤੇ ਵੀ ਐਦਾਂ ਦੀ ਜਗ੍ਹਾ ਦੇ ਵਿੱਚ ਹੈ ਜੋ ਕਿ ਤੁਹਾਡੇ ਰਿਸ਼ਤੇਦਾਰਾਂ ਤੋਂ ਦੂਰ ਪੈਂਦੀ ਹੈ, ਤਾਂ ਤੁਹਾਨੂੰ ਪਹਿਲਾਂ ਵੀਜ਼ਾ ਲੈਣਾ ਚਾਹੀਦਾ ਹੈ, ਨਾ ਕਿ ਪਹਿਲਾਂ ਰਿਸ਼ਤੇਦਾਰਾਂ ਕੋਲ ਜਾਣ ਦੀ। ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਆਪਣੇ ਧਿਆਨ ਦੇ ਵਿੱਚ ਜ਼ਰੂਰ ਰੱਖੋ। ਤੇ ਇੱਕ ਲਾਸਟ ਬਟ ਨਾਟ ਲੀਸਟ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ, ਆਪਣੀ ਫਾਈਲ ਦੇ ਵਿੱਚ ਕੋਈ ਵੀ ਐਦਾਂ ਦਾ ਡਾਕੂਮੈਂਟ ਨਹੀਂ ਲਾਣਾ ਜੋ ਕਿ ਆਥੈਂਟਿਕ ਨਾ ਹੋਵੇ। कोई भी ऐदां दी चीज़ तुसी अपनी फाइल च अपलोड नहीं करनी जो कि तुहाडे अकॉर्डिंग सही नहीं हैगी। हर एक बंदा तुहानूं बहुत कुछ गाइड करूगा, हर एक बंदा तुहानूं अपनी अपनी फिलॉसफी दे हिसाब नाल दसूगा, बट तुहाडी प्रोफाइल बारे तुहानूं ज़्यादा पता है। गैप क्लीयर भी हुंदे ने, बहुत कुछ हुंदे ने, बहुत लोकी तुहानूं बहुत कुछ गाइड भी करदे ने कि ऐदां वीज़ा लग जू, ऐदां लग जू, बट इन द एंड मैं यही गल कहना कि वीज़ा तुहानूं वीज़ा ऑफिसर ने देना है, वीज़ा तुहानूं कनेडियन अंबैसी ने देना है, ना कि किसी एजेंट ने, ना कि किसी ने गाइडेंस ने। किसी दी किते भी कोई भी सैटिंग नहीं हुंदी।
ਸੋ ਇਹ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ। ਮੇਰਾ ਕੰਮ ਹੈ ਤੁਹਾਨੂੰ ਗਾਈਡ ਕਰਨਾ। ਤੁਹਾਡੇ ਘਰ ਦੇ ਤੁਹਾਡੇ ਤੇ ਪੈਸਾ ਲਾ ਸਕਦੇ ਨੇ, ਬਟ ਜਿਹੜੀ ਮਿਹਨਤ ਹੈ ਉਹ ਤੁਸੀਂ ਕਰਨੀ ਹੈ। ਜਿਹੜੀ ਪ੍ਰੋਫਾਈਲ 'ਚ ਚੀਜ਼ਾਂ ਦੇਖਣੀਆਂ ਨੇ ਉਹ ਤੁਸੀਂ ਧਿਆਨ ਦੇਣਾ ਹੈ। ਜ਼ਰੂਰਤ ਹੈ ਤੁਹਾਨੂੰ ਇੱਕ ਚੰਗਾ ਏਜੰਟ ਚੁਣਨ ਦੀ, ਜਿਹੜਾ ਕਿ ਤੁਹਾਡੀ ਪ੍ਰੋਫਾਈਲ ਤੇ ਟਾਈਮ ਲਾਵੇ, ਤੁਹਾਡੀ ਪ੍ਰੋਫਾਈਲ ਨੂੰ ਐਕਚੁਅਲ 'ਚ ਸਮਝ ਕੇ ਹੀ ਤੁਹਾਨੂੰ ਜਿਹੜਾ ਹੈਗਾ ਵੀਜ਼ੇ ਤੱਕ ਲੈ ਕੇ ਜਾਵੇ। ਜਿਹੜੇ ਏਜੰਟ ਨੇ ਤੁਹਾਡੀ ਫਾਈਲ ਨਹੀਂ ਦੇਖੀ, ਜਿਹਨੂੰ ਪਤਾ ਹੀ ਨਹੀਂ ਤੁਸੀਂ 10ਵੀਂ 12ਵੀਂ ਕਦੋਂ ਕੀਤੀ ਹੈ, ਜਿਹਨੂੰ ਪਤਾ ਹੀ ਨਹੀਂ ਕਿ ਤੁਹਾਡੇ ਜਿਹੜੇ ਸਬਜੈਕਟ ਨੇ ਉਹਨਾਂ ਚੋਂ ਕਿਹਦੇ ਵਿੱਚੋਂ ਕਿੰਨੀ ਪਰਸੈਂਟੇਜ ਵੱਧ ਹੈ, ਜਿਹਨੂੰ ਪਰਸੈਂਟੇਜ ਹੀ ਨਹੀਂ ਕੱਢਣੀ ਆਉਂਦੀ ਕੈਲਕੂਲੇਟਰ ਤੇ, ਉਹ ਤੁਹਾਨੂੰ ਵੀਜ਼ੇ ਤੱਕ ਕਿਵੇਂ ਲੈ ਜਾਊਗਾ। 100 ਦੇ ਵਿੱਚੋਂ 10 ਜਾਂ 20 ਵੀਜ਼ੇ ਤੁਹਾਨੂੰ ਹਰ ਇੱਕ ਏਜੰਟ ਦੀ ਪ੍ਰੋਫਾਈਲ ਤੇ ਉਹਦੀ ਫੇਸਬੁੱਕ ਦੇ ਪੇਜ ਤੇ ਤੁਹਾਨੂੰ ਦਿਖਣ ਨੂੰ ਮਿਲ ਜਾਣਗੇ। ਇੰਨਾ ਕੁ ਤੁੱਕਾ ਹਰ ਇੱਕ ਦਾ ਲੱਗ ਜਾਂਦਾ, ਕਿਉਂਕਿ ਕੈਨੇਡਾ ਦਾ ਪ੍ਰੋਸੈਸ ਹੈ ਜਿਹੜਾ ਉਹ ਈਜ਼ੀ ਹੈ। ਤੁਸੀਂ ਆਫਰ ਲੈਟਰ ਲਓ, ਫੀਸ ਭਰਾਓ, GIC ਭਰਾਓ ਤੇ SDS ਕੈਟਾਗਰੀ 'ਚ ਫਾਈਲ ਲਾ ਦਿਓ। ਇੰਨੀਆਂ ਕੁ ਤਾਂ ਫਾਈਲਸ ਅਪਰੂਵ ਹਰ ਇੱਕ ਬੰਦਾ ਕਰਾ ਲੈਂਦਾ। ਬਟ ਐਕਚੁਅਲ ਦੇ ਵਿੱਚ ਵੀਜ਼ਾ ਐਕਸਪਰਟ ਉਹ ਹੈ ਜਿਹਨੂੰ ਕੀ ਪਤਾ ਹੋਵੇ ਕਿ ਇਹਦੀਆਂ ਪਹਿਲਾਂ 3 ਰਿਫਿਊਜ਼ਲ ਨੇ, ਉਹ ਰਿਫਿਊਜ਼ਲ ਨੂੰ ਵੀਜ਼ਾ ਦੇ ਵਿੱਚ ਕਨਵਰਟ ਕਰੇ। ਸਾਡੇ ਕੋਲ ਐਦਾਂ ਦੀਆਂ ਫਾਈਲਸ ਆਂਦੀਆਂ ਨੇ, ਐਦਾਂ ਦੇ ਚੈਲੰਜਸ ਅਸੀਂ ਅਸੈਪਟ ਕਰਦੇ ਹਾਂ, ਜੋ ਕਿ ਪਹਿਲਾਂ ਰਿਫਿਊਜ਼ ਹੁੰਦੇ ਨੇ 2 ਵਾਰ 3 ਵਾਰ। ਕਿਸੇ ਚੰਗੀ ਨਾਮੀ ਕੰਪਨੀ ਤੋਂ ਵੀ ਜਿਹੜੀਆਂ ਰਿਫਿਊਜ਼ਲ ਆਈਆਂ ਹੁੰਦੀਆਂ ਨੇ 4 ਤੋਂ 5, ਜੋ ਕਿ ਤੁਹਾਨੂੰ ਸਿਰਫ ਇੱਕ ਰਿਫਿਊਜ਼ਲ ਦੱਸਦੇ ਨੇ। ਜਦੋਂ ਉਹਨਾਂ ਦਾ ਕੇਪਸ ਕਢਵਾਈਦੇ ਨੇ ਫੇਰ ਪਤਾ ਚੱਲਦਾ ਕਿ ਭਾਈ ਇੱਕ ਨਹੀਂ 4 ਰਿਫਿਊਜ਼ਲ ਆਈਆਂ ਹੋਈਆਂ ਨੇ, 4 ਜਿਹੜੀਆਂ ਕਿ ਤੁਹਾਨੂੰ 1 ਜਾਂ 2 ਦੱਸੀ ਜਾਂਦੀ ਹੈ। ਤੁਹਾਡੀ ਫੀਸ ਵੀ ਨਹੀਂ ਭੇਜੀ ਹੁੰਦੀ ਕਾਲਜ ਦੇ ਵਿੱਚ, ਪੈਕੇਜ ਤੁਹਾਡੇ ਨਾਲ ਐਡਾ ਮੋਟਾ ਕੀਤਾ ਜਾਂਦਾ ਜਿਵੇਂ ਪਤਾ ਨਹੀਂ ਤੁਹਾਡੇ ਤੇ ਕਿੰਨਾ ਕੁ ਇਨਵੈਸਟ ਕੀਤਾ ਗਿਆ ਹੁੰਦਾ। ਇਹ ਸਾਰੀਆਂ ਸੱਚੀਆਂ ਗੱਲਾਂ ਮੈਂ ਤੁਹਾਨੂੰ ਇੱਥੇ ਹੀ YouTube ਤੇ ਦੱਸਦਾ ਹੈ ਤਾਂ ਕਿ ਤੁਸੀਂ ਅਵੇਅਰ ਹੋ ਜਾਓ। ਅਗਲੀ ਵਾਰ ਤੁਸੀਂ ਆਪਣੀ ਫਾਈਲ ਲਾਣੀ ਹੈ, ਕਿਸੇ ਰਿਸ਼ਤੇਦਾਰ ਦੀ ਫਾਈਲ ਲਾਣੀ ਹੈ, ਤੁਹਾਨੂੰ ਪਤਾ ਹੋਵੇ ਕਿ ਐਕਚੁਅਲ ਦੇ ਵਿੱਚ ਹੁੰਦਾ ਕੀ ਹੈ ਤੁਹਾਡੀ ਫਾਈਲ ਨਾਲ। ਤੁਹਾਡੀ ਫਾਈਲ ਦੇ ਤੁਸੀਂ ਜ਼ਿੰਮੇਵਾਰ ਹੋ, ਕਿਉਂਕਿ ਤੁਸੀਂ ਆਪਣੇ ਏਜੰਟ ਨੂੰ ਸਵਾਲ ਹੀ ਨਹੀਂ ਕਰਦੇ। ਜੋ ਤੱਕ ਤੁਸੀਂ ਆਪਣੇ ਏਜੰਟ ਨੂੰ ਸਵਾਲ ਨਹੀਂ ਕਰੋਗੇ, ਤੁਹਾਡੀ ਫਾਈਲ 'ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਨਹੀਂ ਪੁੱਛੋਗੇ, ਤੁਹਾਡੀ ਫੀਸ ਭਰੀ ਗਈ ਕਿਹੜੇ ਕਾਲਜ 'ਚ ਭਰੀ ਗਈ ਨਹੀਂ ਸਵਾਲ ਕਰੋਗੇ, ਉਦੋਂ ਤੱਕ ਤੁਹਾਡੀਆਂ ਰਿਫਿਊਜ਼ਲਸ ਹੀ ਆਣੀਆਂ ਨੇ, ਉਦੋਂ ਤੱਕ ਤੁਹਾਡੇ ਨਾਲ ਠੱਗੀਆਂ ਹੀ ਹੋਣੀਆਂ ਨੇ। ਤੁਸੀਂ ਆਪਣਾ ਪ੍ਰੋਸੈਸ ਬਿਲਕੁਲ ਸਹੀ ਕਰਨਾ ਚਾਹੁੰਦੇ ਹੋ ਕੈਨੇਡਾ ਦਾ, ਕਿਸੇ ਵੀ ਠੱਗੀ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਨੀਚੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਆਪਣੀ ਪ੍ਰੋਫਾਈਲ ਬਾਰੇ ਸਲਾਹ ਲੈ ਸਕਦੇ ਹੋ। ਦੋਸਤੋ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ। ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ, ਕਿਉਂਕਿ ਅਗਲੀ ਵੀਡੀਓ ਤੁਹਾਡੇ ਲਈ ਹੋਰ ਜ਼ਿਆਦਾ ਲਾਹੇਵੰਦ ਹੋਊਗੀ। ਸਤਿ ਸ਼੍ਰੀ ਅਕਾਲ ਜੀ।